ਦਿੱਲੀ ਦੇ ਵਿੱਚ ਕਿਸਾਨਾਂ ਦੇ ਮੋਰਚੇ ਲੱਗੇ ਹੋਏ ਨੇ। ਇਹਨਾਂ ਮੋਰਚਿਆਂ ਦੇ ਵਿੱਚੋਂ ਇੱਕ ਸਿੰਘੂ ਬਾਰਡਰ, ਇੱਕ ਟਿੱਕਰੀ ਬਾਰਡਰ ਤੇ ਗਾਜ਼ੀਪੁਰ ਬਾਰਡਰ। ਪਿਛਲੇ ਦਿਨਾਂ ਤੋਂ ਟਿੱਕਰੀ ਬਾਰਡਰ ਦੇ ਉੱਤੇ ਪੱਛਮੀ ਬੰਗਾਲ ਦੀ ਇੱਕ ਲੜਕੀ ਦੇ ਨਾਲ ਬਲਾਤਕਾਰ ਦੀ ਘਟਨਾ ਦੀਆਂ ਖਬਰਾਂ ਆ ਰਹੀਆਂ ਨੇ। ਅੱਜ ਦੇ ਪ੍ਰਾਈਮ ਟਾਈਮ ਦੇ ਵਿੱਚ ਜਾਣਾਂਗੇ ਕਿ ਕੀ ਟਿੱਕਰੀ ਬਾਰਡਰ ਤੇ ਸੱਚਮੁੱਚ ਪੱਛਮੀ ਬੰਗਾਲ ਦੀ ਰਹਿਣ ਵਾਲੀ ਲੜਕੀ ਦਾ ਬਲਾਤਕਾਰ ਹੋਇਆ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਟਾਈਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਅੱਜ ਦੇ ਪ੍ਰਾਈਮ ਟਾਈਮ ਦੇ ਵਿੱਚ ਖਾਸ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸ਼ਨੀਵਾਰ ਦੀ ਪ੍ਰਾਈਮ ਟਾਈਮ ਲੋਕ ਰਾਏ ਦਾ ਨਤੀਜਾ ਜਾਣਾਂਗੇ, ਫਿਰ ਹੈਡਲਾਈਨਸ ਤੇ ਇੱਕ ਨਜ਼ਰ ਪਾਵਾਂਗੇ। ਸ਼ਨੀਵਾਰ ਦੀ ਲੋਕ ਰਾਏ ਸੀ ਕਿ ਕੋਟਕਪੂਰਾ ਗੋਲੀकांड ਵਿੱਚ ਹਾਈ ਕੋਰਟ ਦੇ ਹੁਕਮਾਂ ਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਨਵੀਂ ਸਿੱਟ ਬਣਾਉਣਾ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਇਹ ਇਲਜ਼ਾਮ ਲਾਉਂਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਸਿਰਫ ਵੋਟਾਂ ਤੱਕ ਇਸ ਮਸਲੇ ਨੂੰ ਲਟਕਾਉਣਾ ਚਾਹੁੰਦੇ ਨੇ। 98% ਦਰਸ਼ਕਾਂ ਨੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਨਾਲ ਸਹਿਮਤੀ ਜਤਾਈ ਹੈ, ਜਦਕਿ 2% ਦਰਸ਼ਕਾਂ ਨੇ ਅਸਹਿਮਤੀ ਜਤਾਈ ਹੈ। ਅੱਜ ਦੀ ਪ੍ਰਾਈਮ ਟਾਈਮ ਲੋਕ ਰਾਏ ਹੈ ਕਿ ਜ਼ਿਆਦਾਤਰ ਸਿੱਖ ਜਥੇਬੰਦੀਆਂ ਦੇ ਵੱਲੋਂ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਾਏ ਕੋਵਿਡ ਕੇਅਰ ਸੈਂਟਰ ਲਈ ਅਮਿਤਾਭ ਬੱਚਨ ਤੋਂ ਲਏ 200 ਕਰੋੜ ਰੁਪਏ ਵਾਪਸ ਮੋੜਨ ਦੀ ਤਿੱਖੀ ਮੰਗ ਕੀਤੀ ਜਾ ਰਹੀ ਹੈ। 1984 ਵੇਲੇ ਸਿੱਖਾਂ ਦੇ ਕਤਲੇਆਮ ਨੂੰ ਸ਼ਹਿ ਦੇਣ ਵਾਲੇ ਬਚਨ ਤੋਂ ਮਦਦ ਲੈ ਕੇ ਸਿਰਸਾ ਨੇ ਕੌਮ ਨਾਲ ਵਿਸ਼ਵਾਸਘਾਤ ਕੀਤਾ ਹੈ। ਇਹ ਕਹਿਣਾ ਹੈ ਸਿੱਖ ਜਥੇਬੰਦੀਆਂ ਦਾ। ਕੀ ਤੁਸੀਂ ਸਿੱਖ ਜਥੇਬੰਦੀਆਂ ਦੇ ਇਸ ਬਿਆਨ ਦੇ ਨਾਲ ਸਹਿਮਤ ਹੋ? ਜੇ ਤੁਸੀਂ ਸਹਿਮਤ ਹੋ ਤਾਂ ਹਾਂ ਜਾਂ ਯੈਸ ਦੇ ਵਿੱਚ ਉੱਤਰ ਦਿਓ। ਜੇ ਤੁਸੀਂ ਸਹਿਮਤ ਨਹੀਂ ਹੋ ਤਾਂ ਨੋ ਜਾਂ ਨਾ ਦੇ ਵਿੱਚ ਉੱਤਰ ਦਿਓ। ਪ੍ਰਾਈਮ ਟਾਈਮ ਦੀ ਖਾਸ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਹੁਣ ਇੱਕ ਨਜ਼ਰ ਹੈਡਲਾਈਨਸ ਤੇ। ਪੰਜਾਬ ਸਰਕਾਰ ਨੇ ਨੌਕਰੀਆਂ ਕੱਢੇ NHM ਮੁਲਾਜ਼ਮਾਂ ਨੂੰ ਵਾਪਸ ਜੁਆਇਨ ਕਰਨ ਦਾ ਮੌਕਾ ਦੇ ਦਿੱਤਾ ਹੈ। ਰਾਸ਼ਟਰੀ ਸਿਹਤ ਮਿਸ਼ਨ ਦੇ 48 ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਏ ਜਾਣ ਦੇ ਫੈਸਲੇ ਨੂੰ ਆਮ ਆਦਮੀ ਪਾਰਟੀ ਨੇ ਤਾਨਾਸ਼ਾਹ ਫੈਸਲਾ ਦੱਸਿਆ ਸੀ। ਪੰਜਾਬ ਸਣੇ ਦੇਸ਼ ਦੇ 16 ਸੂਬਿਆਂ ਦੇ ਵਿੱਚ ਕੋਰੋਨਾ ਦੇ ਕੇਸ ਵੱਧ ਰਹੇ ਨੇ। ਸਿਹਤ ਮੰਤਰਾਲੇ ਨੇ ਕੇਂਦਰ ਸਰਕਾਰ ਨੇ ਜਾਣਕਾਰੀ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਰਾਜਧਾਨੀ ਦੇ ਵਿੱਚ ਕੇਸ ਘਟ ਰਹੇ ਨੇ। ਆਕਸੀਜਨ ਦੀ ਕੋਈ ਕਮੀ ਨਹੀਂ ਹੈ, ਬੈੱਡਾਂ ਦੀ ਕੋਈ ਕਮੀ ਨਹੀਂ ਹੈ, ਜਦਕਿ ਟੀਕੇ ਦੀ ਕਮੀ ਹੈ। 3-4 ਦਿਨਾਂ ਦਾ ਟੀਕਾ ਬਚਿਆ। ਕੇਜਰੀਵਾਲ ਨੇ ਸਲਾਹ ਦਿੱਤੀ ਹੈ ਕਿ ਕੇਂਦਰ ਸਰਕਾਰ ਇਹ ਹੁਕਮ ਦੇਵੇ ਕਿ ਦੋ ਜਿਹੜੀਆਂ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੇ ਉਹ ਆਪਣਾ ਟੀਕਾ ਬਣਾਉਣ ਦਾ ਫਾਰਮੂਲਾ ਹੋਰ ਕੰਪਨੀਆਂ ਦੇ ਨਾਲ ਸਾਂਝਾ ਕਰਨ ਤਾਂ ਕਿ ਟੀਕੇ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਨੇ ਕਿਹਾ ਕਿ ਕੇਂਦਰ ਸਰਕਾਰ ਸਾਨੂੰ ਕੌਮਾਂਤਰੀ ਟੈਂਡਰ ਜਾਰੀ ਕਰਨ ਦੇ ਲਈ ਮਜਬੂਰ ਕਰ ਰਹੀ ਹੈ ਵੈਕਸੀਨ ਦੀ ਕਮੀ ਦੂਰ ਕਰਨ ਦੇ ਲਈ। ਹੁਣ ਦੇਸ਼ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਰੈਪਿਡ ਐਂਟੀਜਨ ਟੈਸਟ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਲਾਇਸੈਂਸ ਲੈਣ ਦੀ ਕੋਈ ਲੋੜ ਨਹੀਂ ਹੈ। ਮਨਜਿੰਦਰ ਸਿਰਸਾ ਦੇ ਵੱਲੋਂ ਅਮਿਤਾਭ ਬੱਚਨ ਤੋਂ 2 ਕਰੋੜ ਲੈਣਾ ਗੁਰਮਤ ਸਿਧਾਂਤਾਂ ਦੇ ਉਲਟ ਹੈ। ਹਵਾਰਾ ਕਮੇਟੀ ਨੇ ਇਹ ਕਿਹਾ ਮੰਗ ਕੀਤੀ ਹੈ ਕਿ ਵਾਪਸ ਕੀਤੇ ਜਾਣ 2 ਕਰੋੜ ਰੁਪਏ। ਮਨਜੀਤ ਸਿੰਘ ਜੀਕੇ ਨੇ ਦਾਅਵਾ ਕੀਤਾ ਹੈ ਕਿ ਜਦੋਂ ਕਮੇਟੀ ਬਣ ਜਾਏਗੀ, ਸਾਡੇ ਹੱਥ ਆ ਜਾਏਗੀ ਤਾਂ ਸਭ ਤੋਂ ਪਹਿਲਾਂ ਅਸੀਂ ਅਮਿਤਾਭ ਬੱਚਨ ਦੇ 2 ਕਰੋੜ ਰੁਪਏ ਵਾਪਸ ਕਰਾਂਗੇ। ਕੋਰੋਨਾ ਦੇ ਭਾਰਤੀ ਵੇਰੀਐਂਟ ਤੇ ਵਿਸ਼ਵ ਸਿਹਤ ਸੰਸਥਾ ਨੇ ਚੇਤਾਵਨੀ ਜਾਰੀ ਕੀਤੀ ਹੈ ਤੇ ਵਿਸ਼ਵ ਦਾ ਖਤਰਨਾਕ ਵੇਰੀਐਂਟ ਐਲਾਨ ਦਿੱਤਾ ਹੈ। ਗੰਗਾ ਨਦੀ ਦੇ ਵਿੱਚੋਂ ਕੋਰੋਨਾ ਪੀੜਤਾਂ ਦੀਆਂ 100 ਦੇ ਕਰੀਬ ਲਾਸ਼ਾਂ ਮਿਲਣ ਦਾ ਦਾਅਵਾ ਕੀਤਾ ਹੈ। ਟੀਵੀ ਚੈਨਲਾਂ ਨੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਅਣਗਹਿਲੀ ਦੇ ਦੋਸ਼ ਲਾਏ ਨੇ ਤਾਂ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਗੰਗਾ ਨਦੀ ਵਿੱਚ ਵਹਿੰਦੀਆਂ ਲਾਸ਼ਾਂ ਤੇ ਮੋਦੀ ਸਰਕਾਰ ਨੂੰ ਕਿਹਾ ਹੈ ਕਿ ਸਰਕਾਰ ਗੁਲਾਬੀ ਚਸ਼ਮੇ ਉਤਾਰ ਕੇ ਲਾਸ਼ਾਂ ਨੂੰ ਦੇਖੇ, ਮੁਲਕ ਦਾ ਹਾਲ ਦੇਖੇ। ਪਰ ਅਫਸੋਸ ਹੈ ਕਿ ਮੋਦੀ ਜੀ ਨੂੰ ਸਿਰਫ ਸੈਂਟਰਲ ਵਿਸਟਾ ਦੀ ਨਵੀਂ ਇਮਾਰਤ ਦਿਖ ਰਹੀ ਹੈ। ਫਿਲੀਪਾਈਨਸ ਪਹੁੰਚ ਗਿਆ ਭਾਰਤ ਦਾ ਕੋਰੋਨਾ ਵੇਰੀਐਂਟ। ਭਾਰਤ ਦੀ ਯਾਤਰਾ ਤੇ ਫਿਲੀਪਾਈਨਸ ਨੇ ਪਾਬੰਦੀ ਲਾ ਦਿੱਤੀ ਹੈ। ਕੋਰੋਨਾ ਦੇ ਇਲਾਜ ਲਈ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਵਰਤੀ ਜਾ ਰਹੀ ਆਈਵਰਮੈਕਟਿਨ ਬਾਰੇ WHO ਨੇ ਕਿਹਾ ਕਿ ਇਸ ਦਵਾਈ ਦੀ ਵਰਤੋਂ ਨਾ ਕੀਤੀ ਜਾਵੇ। ਅਮਰੀਕਾ ਦੇ ਵਿੱਚ 12 ਤੋਂ 15 ਸਾਲ ਦੇ ਬੱਚਿਆਂ ਨੂੰ ਵੀ ਹੁਣ ਕੋਵਿਡ ਦਾ ਟੀਕਾ ਲੱਗੇਗਾ। ਫਾਈਜ਼ਰ ਟੀਕਾ ਲਾਇਆ ਜਾਏਗਾ। ਟਵਿੱਟਰ ਨੇ ਵੱਡਾ ਦਿਲ ਖੋਲ੍ਹਿਆ ਹੈ। ਭਾਰਤ ਨੂੰ $1.5 ਕਰੋੜ ਦੀ ਮਦਦ ਦਾ ਐਲਾਨ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਹਸਪਤਾਲ ਦੇ ਵਿੱਚ ਆਕਸੀਜਨ ਦੀ ਸਪਲਾਈ ਦੀ ਰੁਕਾਵਟ ਕਾਰਨ 11 ਮਰੀਜ਼ਾਂ ਦੀ ਮੌਤ ਹੋ ਗਈ ਹੈ। ਕੋਰੋਨਾ ਕਾਰਨ ਲੋਕਾਂ ਦੀ ਮਾੜੀ ਹਾਲਤ ਵੇਖ ਕੇ ਚੰਡੀਗੜ੍ਹ ਦੇ ਇੱਕ ਹੋਟਲ ਨੇ ਕੋਰੋਨਾ ਮਰੀਜ਼ਾਂ ਨੂੰ ਮੁਫਤ ਖਾਣਾ ਪਹੁੰਚਾਉਣ ਦਾ ਐਲਾਨ ਕੀਤਾ ਹੈ। ਕੋਰੋਨਾ ਦੇ ਅਸਰ ਕਰਕੇ 16 ਮਈ ਤੱਕ ਜੰਮੂ ਕਸ਼ਮੀਰ ਦੀਆਂ ਸਾਰੀਆਂ ਰੇਲ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਨੇ, ਰੱਦ ਕਰ ਦਿੱਤੀਆਂ ਗਈਆਂ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 20 ਮਈ ਨੂੰ ਕਿਸਾਨਾਂ ਦੇ ਇੱਕ ਹੋਰ ਵੱਡੇ ਜਥੇ ਦੇ ਦਿੱਲੀ ਕੂਚ ਦਾ ਐਲਾਨ ਕੀਤਾ ਹੈ। ਬੇਅਦਬੀ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਕੱਸਿਆ ਹੈ। ਅਮਰੀਕਾ ਦੇ ਇੱਕ ਹਵਾਈ ਅੱਡੇ ਤੇ ਇੱਕ ਭਾਰਤੀ ਵਿਅਕਤੀ ਦੇ ਬੈਗ ਦੇ ਵਿੱਚੋਂ 2 ਪਾਥੀਆਂ ਮਿਲੀਆਂ ਨੇ। ਤੇਲ ਕੀਮਤਾਂ ਨੂੰ ਫਿਰ ਅੱਗ ਲੱਗ ਗਈ ਹੈ। ਪੈਟਰੋਲ 27 ਪੈਸੇ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਤੇਲੰਗਾਨਾ ਦੇ ਵਿੱਚ 10 ਦਿਨਾਂ ਦੇ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਬਿਹਾਰ ਦੇ ਵਿੱਚ ਪੱਪੂ ਯਾਦਵ ਨੂੰ ਪਟਨਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਲਾਕਡਾਊਨ ਦੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਦੇ ਵਿੱਚ। ਬਿਹਾਰ ਦੇ ਵਿੱਚ 1 ਰੁਪਏ ਕਿਲੋ ਵੀ ਟਮਾਟਰ ਨਹੀਂ ਵਿਕ ਰਿਹਾ ਕਿਸਾਨਾਂ ਦਾ ਤਾਂ ਕਿਸਾਨਾਂ ਨੇ 50 ਕੁਇੰਟਲ ਟਮਾਟਰ ਸੜਕ ਤੇ ਸੁੱਟ ਕੇ ਉੱਤੇ ਟਰੈਕਟਰ ਚਲਾ ਕੇ ਰੋਸ ਮੁਜ਼ਾਹਰਾ ਕੀਤਾ ਹੈ।
रूस ਦੇ ਇੱਕ ਸਕੂਲ ਦੇ ਵਿੱਚ ਗੋਲੀਬਾਰੀ ਹੋਈ ਹੈ। 7ਵੀਂ ਤੇ 8ਵੀਂ ਦੇ 7 ਬੱਚਿਆਂ ਸਮੇਤ ਇੱਕ ਅਧਿਆਪਕ ਦੀ ਮੌਤ ਹੋ ਗਈ ਹੈ। ਚੀਨ ਦੇ ਵਿੱਚ ਆਬਾਦੀ ਦਰ ਘਟ ਰਹੀ ਹੈ, ਬੁੱਢੇ ਵੱਧ ਰਹੇ ਨੇ, ਜਵਾਨ ਘਟ ਰਹੇ ਨੇ। ਚੀਨ ਨੂੰ ਚਿੰਤਾ ਹੋ ਰਹੀ ਹੈ। ਨੇਪਾਲ ਦੇ ਵਿੱਚ ਵੀ ਭਾਰਤ ਵਰਗੇ ਹਾਲ ਦਿਖਾਈ ਦੇਣ ਲੱਗੇ ਨੇ। ਬੈੱਡ ਤੇ ਆਕਸੀਜਨ ਦੀ ਕਮੀ ਹੋ ਰਹੀ ਹੈ, ਕੇਸ ਲਗਾਤਾਰ ਵੱਧ ਰਹੇ ਨੇ। पाकिस्तान ने कहा कि अल अक्सा मस्जिद ते हमला मंजूर नहीं है, इजराइल की आलोचना की है। मां दिवस ते अमरीका दे विच एक भारती व्यक्ति ने मां दा ही कतल कर दिता है। नेपाल दी राष्ट्रपति ने सियासी पार्टियां नूं सरकार बनाउण दे लई वीरवार तक बहुमत साबित करन दा सद्दा दिता है। प्राइम टाइम हैडलाइनस तो बाद शुरू करते हैं प्राइम टाइम की खास चर्चा। एक सवाल का जवाब लभण की कोशिश करांगे कि की किसानां दे टिकरी मोर्चे ते सचमुच पश्चिमी बंगाल की धी नाल बलात्कार होया, किवें इह सिद्ध होएगा ते जे बलात्कार होया तां किसने कीता, की दोषियों नूं सज़ा मिल पावेगी। काफ़ी अहम सवाल ते गंभीर सवाल खड़े हुंदे ने इस घटना तो बाद। ਤੇ ਇਹ ਵੀ ਸਵਾਲ ਉੱਠਦਾ ਕਿ ਕੀ ਹੁਣ ਕਿਸਾਨ ਮੋਰਚੇ ਦੇ ਵਿੱਚ ਵੀ ਕਰੋਨਾ ਦੀ ਲਾਗ ਦਾ ਖਦਸ਼ਾ ਬਣ ਗਿਆ, ਕਿਉਂਕਿ ਬੰਗਾਲ ਦੀ ਇਸ ਧੀ ਦੀ ਮੌਤ ਹੈ ਜਿਹੜੀ 30 ਅਪ੍ਰੈਲ ਨੂੰ ਕਰੋਨਾ ਦੀ ਲਾਗ ਦੇ ਨਾਲ ਹੋਈ ਹੈ। दरअसल टिकरी बॉर्डर ते बंगाल तो आई 26 साला लड़की दे नाल बलात्कार किए जाने का मामला भखदा जा रहा है। वख-वख महिला जथेबंदियां ते महिला कमिशन ने भी मामले का नोटिस लिया है। मामला दर्ज करके पुलिस मामले की अगली कार्रवाई कर रही है। किसान मोर्चे दे विच आई पश्चिमी बंगाल की 26 साल की लड़की की 30 अप्रैल नूं बहादुरगढ़ हरियाणे दे विच मौत हो गई सी ते हुण उस दे नाल समूहिक बलात्कार दे इल्जाम लग रहे ने। वड्डे सवाल उठ रहे ने। पूरा मामला की सी ਉਹ ਤੁਹਾਨੂੰ ਅਸੀਂ ਦੱਸਦੇ ਹਾਂ। दरअसल हरियाणा पुलिस ने टिकरी सरहद ते किसान अंदोलन विच हिस्सा लैण आई पश्चिमी बंगाल दी लड़की नाल रेप होण दा मामला दर्ज कीता है। 30 अप्रैल नूं बहादुरगढ़ हरियाणा दे विच कोरोना कारण हालांकि लड़की दी मौत हो चुकी है। लड़की दी कोरोना नाल होई मौत तो बाद किसानां ने लड़की दी अंतिम संस्कार यात्रा भी कड्ढी सी ते यात्रा कड्ढण तो बाद इत्थे जिहड़ा हैगा प्रशासन दे वल्लों इह सवाल चुके जा रहे ने कि किसान मोर्चे ਦੇ ਵਿੱਚ ਵੀ ਕਰੋਨਾ ਦੀ ਲਾਗ ਦਾ ਖਦਸ਼ਾ ਹੁਣ ਬਣਿਆ ਹੋਇਆ ਹੈ। ਕਿਸਾਨੀ ਅੰਦੋਲਨ ਦੇ ਵਿੱਚ ਕਰੋਨਾ ਦੇ ਨਾਲ ਹੋਈ ਇਹ ਪਹਿਲੀ ਮੌਤ ਦੱਸੀ ਜਾ ਰਹੀ ਹੈ। ਮੌਤ ਦੇ ਕਰੀਬ 8 ਦਿਨ ਬਾਅਦ ਲੜਕੀ ਦੇ ਪਿਤਾ ਨੇ 4 ਜਣਿਆਂ ਖਿਲਾਫ ਆਪਣੀ ਧੀ ਦੇ ਨਾਲ ਸਮੂਹਿਕ ਬਲਾਤਕਾਰ ਦਾ ਇਲਜ਼ਾਮ ਲਾਇਆ। ਥਾਣਾ ਸਦਰ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ਤੇ 6 ਜਣਿਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਆਈਪੀਸੀ ਦੀ ਧਾਰਾ 365, 342, 354, 376 ਅਤੇ 120 ਦੇ ਤਹਿਤ ਇਹ ਕੇਸ ਦਰਜ ਕੀਤਾ ਗਿਆ। ਸਾਰੇ ਮੁਲਜ਼ਮਾਂ ਦੇ ਖਿਲਾਫ ਸਮੂਹਿਕ ਜਬਰ ਜਨਾਹ ਦੇ ਨਾਲ ਅਗਵਾ, ਬਲੈਕਮੇਲਿੰਗ, ਬੰਦਕ ਬਣਾਉਣ ਤੇ ਧਮਕੀਆਂ ਦੇਣ ਦੀਆਂ ਸਖਤ ਧਾਰਾਵਾਂ ਲਾਈਆਂ ਗਈਆਂ ਨੇ। 30 ਅਪ੍ਰੈਲ ਨੂੰ ਲੜਕੀ ਦੀ ਜਦੋਂ ਮੌਤ ਹੁੰਦੀ ਹੈ ਉਸ ਤੋਂ 4 ਦਿਨ ਪਹਿਲਾਂ ਉਸ ਨੂੰ ਹਰਿਆਣਾ ਦੇ ਸ਼ਿਵਮ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਹੁਣ ਲੜਕੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ਤੇ ਜਿਹੜੇ 6 ਮੁਲਜ਼ਮਾਂ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਉਹਨਾਂ ਦੇ ਨਾਮ ਅਨਿਲ ਮਲਿਕ, ਅਨੂਪ ਸਿੰਘ, ਅੰਕੁਸ਼ ਸਾਗਵਾਨ, ਜਗਦੀਸ਼ ਬਰਾੜ ਵਜੋਂ ਹੋਈ ਹੈ। ਇਹਨਾਂ ਚਾਰਾਂ ਤੋਂ ਇਲਾਵਾ ਟੈਂਟ ਵਿੱਚ ਰਹਿਣ ਵਾਲੀਆਂ 2 ਔਰਤਾਂ ਨੂੰ ਵੀ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹ ਸਾਰੇ ਜਣੇ ਟਿਕਰੀ ਬਾਰਡਰ ਉੱਤੇ ਕਿਸਾਨ ਸੋਸ਼ਲ ਆਰਮੀ ਦੇ ਬੈਨਰ ਹੇਠ ਬਣੇ ਇੱਕ ਟੈਂਟ ਦੇ ਵਿੱਚ ਰਹਿ ਰਹੇ ਸੀ। ਜਿਹੜੀ FIR ਦਰਜ ਕੀਤੀ ਗਈ ਹੈ ਉਸ ਦੇ ਮੁਤਾਬਿਕ 1 ਅਪ੍ਰੈਲ ਨੂੰ ਕਿਸਾਨਾਂ ਦਾ ਇੱਕ ਵਫਦ ਜਿਸ ਦੇ ਵਿੱਚ ਮੁਲਜ਼ਮ ਵੀ ਸ਼ਾਮਿਲ ਸਨ ਉਹ ਰੈਲੀ ਕਰਨ ਲਈ ਪੱਛਮੀ ਬੰਗਾਲ ਦੇ ਹੁਗਲੀ ਗਿਆ ਸੀ। ਪੀੜਤਾ ਜੋ ਇੱਕ ਕਲਾਕਾਰ ਤੇ ਡਿਜ਼ਾਈਨਰ ਸੀ ਉਸ ਦਾ ਇਹਨਾਂ ਨਾਲ ਉੱਥੇ ਹੀ ਸੰਪਰਕ ਹੋਇਆ। ਇਸ ਕੁੜੀ ਨੇ ਆਪਣੇ ਘਰਦਿਆਂ ਨੂੰ ਕਿਸਾਨ ਅੰਦੋਲਨ ਦੇ ਹੱਕ ਵਿੱਚ ਦਿੱਲੀ ਧਰਨੇ ਵਿੱਚ ਆਉਣ ਲਈ ਮਨਾ ਲਿਆ। 11 ਅਪ੍ਰੈਲ ਨੂੰ ਚੱਲਦੀ ਟ੍ਰੇਨ ਦੇ ਵਿੱਚ ਅਨਿਲ ਮਲਿਕ ਨਾਮ ਦੇ ਮੁਲਜ਼ਮ ਨੇ ਇਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁੜੀ ਨੇ ਉਸ ਦਾ ਵਿਰੋਧ ਕੀਤਾ ਤੇ ਆਪਣੇ ਤੋਂ ਦੂਰ ਕਰ ਦਿੱਤਾ। FIR ਦੇ ਵਿੱਚ ਇਹ ਵੀ ਲਿਖਿਆ ਗਿਆ ਕਿ 12 ਅਪ੍ਰੈਲ ਨੂੰ ਵਫਦ ਵਾਪਸ ਦਿੱਲੀ ਪਹੁੰਚ ਗਿਆ ਤੇ ਪੀੜਤਾ ਮੁਲਜ਼ਮਾਂ ਦੇ ਨਾਲ ਉਹਨਾਂ ਦੇ ਟੈਂਟ ਵਿੱਚ ਹੀ ਰਹਿ ਗਈ ਕਿਉਂਕਿ ਉਹ ਸ਼ਹਿਰ ਵਿੱਚ ਹੋਰ ਕਿਸੇ ਨੂੰ ਨਹੀਂ ਜਾਣਦੀ ਸੀ। FIR ਮੁਤਾਬਿਕ ਕੁੜੀ ਨੇ ਆਪਣੇ ਪਿਤਾ ਨੂੰ ਫੋਨ ਤੇ ਦੱਸਿਆ ਕਿ ਮੁਲਜ਼ਮਾਂ ਦਾ ਮੇਰੇ ਪ੍ਰਤੀ ਰਵੱਈਆ ਠੀਕ ਨਹੀਂ ਸੀ, ਉਹ ਮੇਰੇ ਨਾਲ ਧੱਕਾ ਤੇ ਬਲੈਕਮੇਲਿੰਗ ਕਰ ਰਹੇ ਸੀ। ਇਹ ਮਾਮਲਾ ਕਿਸਾਨ ਲੀਡਰਾਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਜਿਸ ਤੋਂ ਬਾਅਦ ਉਸ ਦਾ ਵੀਡੀਓ ਬਿਆਨ ਵੀ ਦਰਜ ਕੀਤਾ ਗਿਆ ਅਤੇ ਉਸ ਦਾ ਟੈਂਟ ਹੈ ਜਿਹੜਾ ਔਰਤ ਅੰਦੋਲਨਕਾਰੀਆਂ ਦੇ ਨਾਲ ਸ਼ਿਫਟ ਕਰ ਦਿੱਤਾ ਗਿਆ। FIR ਦੇ ਮੁਤਾਬਿਕ 21 ਅਪ੍ਰੈਲ ਨੂੰ ਪੀੜਤ ਕੁੜੀ ਨੂੰ ਬੁਖਾਰ ਹੋ ਗਿਆ ਸੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ, ਰਿਪੋਰਟ ਪੋਜ਼ਿਟਿਵ ਆਉਂਦੀ ਹੈ। ਜਦੋਂ ਪਿਤਾ ਦਿੱਲੀ ਹਸਪਤਾਲ ਦੇ ਵਿੱਚ ਕੁੜੀ ਦੇ ਕੋਲ ਆਉਂਦੇ ਨੇ ਤਾਂ ਕੁੜੀ ਨੇ ਦੱਸਿਆ ਕਿ ਮੇਰੇ ਨਾਲ ਟ੍ਰੇਨ ਵਿੱਚ ਤੇ ਫਿਰ ਟੈਂਟ ਦੇ ਵਿੱਚ ਬਲਾਤਕਾਰ ਕੀਤਾ ਗਿਆ। ਮੰਗ ਕੀਤੀ ਕਿ ਕਿਸਾਨ ਅੰਦੋਲਨ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਮੁਲਜ਼ਮਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਕੁੜੀ ਦੀ 30 ਅਪ੍ਰੈਲ ਨੂੰ ਹਸਪਤਾਲ ਦੇ ਵਿੱਚ ਮੌਤ ਹੋ ਗਈ ਸੀ ਤੇ
ਤੇ ਇੱਕ ਜਿਹੜੀ ਅਹਿਮ ਗੱਲ ਹੈ ਉਹ ਪਿਤਾ ਨੇ ਦੱਸੀ ਹੈ। ਕੁੜੀ ਦੇ ਪਿਤਾ ਦਾ ਬਿਆਨ ਆਪਾਂ ਜ਼ਰੂਰ ਸੁਣ ਲੈਂਦੇ ਆ। ਜਦੋਂ ਪਿਤਾ ਨੇ ਦੱਸਿਆ ਕਿ ਲੜਕੀ ਨਹੀਂ ਚਾਹੁੰਦੀ ਸੀ ਕਿ ਉਹਦੇ ਨਾਲ ਜੋ ਵੀ ਇਹ ਘਟਨਾਕ੍ਰਮ ਵਾਪਰਿਆ ਹੈ, ਜੋ ਸਾਰਾ ਕਾਂਡ ਵਾਪਰਿਆ ਹੈ, ਉਸ ਦਾ ਇੱਕ ਵੀ ਜਿਹੜਾ ਇਲਜ਼ਾਮ ਹੈ ਕਿਸਾਨ ਮੋਰਚੇ ਤੇ ਲੱਗੇ। ਉਹ ਸਿਰਫ ਤੇ ਸਿਰਫ ਮੁਲਜ਼ਮਾਂ ਦੇ ਵਜੋਂ ਇਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। किसान मोर्चे ਨੂੰ कोई भी नुकसान नहीं होना चाहिए। पिता का बयान सुनते हैं। हमारा गुड़िया ने हमको बता रही है, वो बहुत मुश्किल में है। किसान सोशल आर्मी नाम का जो संगठन था, उसमें से दो बंदा, दो बंदा उसको परेशान कर रहा है, दबाव में रखा है, ब्लैकमेल कर रहा है। ये बात हम 29 को आए, तब मोमिता ने हॉस्पिटल में बेड में सो रहे थे। उस टाइम में हमको धीरे धीरे बता रही थी। उसका पहले कोई भी कारण, मतलब दबाव से भी कुछ इस सवाल में वो बहुत परेशान थी, पा रही थी। हमको इतना तक बताया, हम जो संगठन किसान सोशल आर्मी का साथ आए हैं, इसमें से दो बंदा अनिल मलिक और अनूप सिंह अच्छा नहीं है। ये लोग शायद संयुक्त किसान मोर्चा का आदमी नहीं है। हमको परेशान कर रहा है। हाँ, उसका बाद उससे हमको पूरा जानकारी मिला। तो हम उसको नोट किए। उसका बाद उसका पास से हम थे, और ये मेरा गुड़िया का पास हम थे। धीरे धीरे हमको तो लग रहा था वो कमजोर पड़ रहे हैं, वो सीरियस कंडीशन में जा रहा था। हम डॉक्टर को बोले प्लीज इसको वो आईसीयू वेंटिलेशन प्रोवाइड कीजिए, नहीं तो ये बहुत तकलीफ में है और खराब पोजीशन में चला जाएगा। तो हम इसको देखें। उसका बाद वो मेरा गुड़िया 30 तारीख करीब 7:45 बजे चला गया, सबको छोड़ के चला गया। ਮਾਮਲੇ ਦੀ ਜਾਂਚ ਦੇ ਲਈ ਡੀਐਸਪੀ ਦੀ ਅਗਵਾਈ ਦੇ ਵਿੱਚ 3 ਇੰਸਪੈਕਟਰਾਂ ਦੀ ਵਿਸ਼ੇਸ਼ ਜਾਂਚ ਟੀਮ ਦਾ ਵੀ ਗਠਨ ਕਰ ਦਿੱਤਾ ਗਿਆ ਹੈ। ਲੜਕੀ ਦੇ ਪਿਤਾ ਨੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੇ ਨਾਲ ਇਹ ਬਿਆਨ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਯੋਗੇਂਦਰ ਯਾਦਵ ਅਤੇ ਜਿਹੜੇ ਜੋਗਿੰਦਰ ਸਿੰਘ ਉਗਰਾਹਾਂ ਉਹ ਵੀ ਸ਼ਾਮਲ ਸਨ। ਉਹਨਾਂ ਨੇ ਕਿਹਾ ਕਿ ਲੜਕੀ ਨਾਲ ਵਾਪਰੀ ਘਟਨਾ ਬਾਰੇ ਕਿਸਾਨ ਮੋਰਚੇ ਨੂੰ ਪਤਾ ਹੀ ਨਹੀਂ ਸੀ ਤੇ ਯੋਗੇਂਦਰ ਯਾਦਵ ਨੇ ਉਹਨਾਂ ਖਬਰਾਂ ਨੂੰ ਵੀ ਰੱਦ ਕੀਤਾ ਹੈ ਜਿਨ੍ਹਾਂ ਦੇ ਵਿੱਚ ਇਹ ਚਰਚਾ ਕੀਤੀ ਜਾ ਰਹੀ ਹੈ ਕਿ ਟਿੱਕਰੀ ਬਾਰਡਰ ਦੇ ਮੋਰਚੇ ਵਾਲੀ ਥਾਂ ਤੇ ਪੱਛਮੀ ਬੰਗਾਲ ਦੀ ਮਹਿਲਾ ਕਾਰਕੁਨ ਦਾ ਜੋ ਜਿਨਸੀ ਸ਼ੋਸ਼ਣ ਹੋਇਆ ਉਸ ਬਾਰੇ संयुक्त किसान मोर्चे ਨੂੰ पता सी, पर संयुक्त किसान मोर्चा चुप रहा। स्पष्ट कर दूं, किसान सोशल आर्मी नामक जत्थेबंदी संयुक्त किसान मोर्चा का हिस्सा नहीं है, हमारी किसी कमेटी का हिस्सा नहीं है, हमारी किसी डिसीजन मेकिंग का हिस्सा नहीं। और सच कहूं तो मुझे तो किसान सोशल आर्मी के बारे में पता ही ये सब घटनाक्रम होने के बाद हुआ है। आरोप ये है कि 12-13 तारीख को जब वो वहां पे किसान सोशल आर्मी के कैंप में वहां भी उसके साथ सेक्सुअल असॉल्ट हुआ, मगर ये सब बात लीडरशिप तक नहीं पहुंची। उसने अपने कुछ क्लोज फ्रेंड्स के साथ ये चर्चा की इसके बारे में, और क्लोज फ्रेंड्स को भी उसने केवल ट्रेन में हुई हैरेसमेंट के बारे में बोला। उसके बाद जो घटना हुई उसके बारे में उसने अपनी फ्रेंड्स को भी उस वक्त नहीं बताया। जैसा मैंने कहा, ये सारी सूचना हम तक नहीं पहुंची। 18-19 तारीख के करीब लड़की बीमार होना शुरू हुई। कोविड, वो पड़ोस के हमारा जो अस्पताल है वहां गई। डॉक्टर को शक हुआ कि कोविड है, उसको दवाई दी गई। पिताजी खुद असमंजस में थे, क्योंकि बेटी उनको अंत में ये कह के गई थी कि मुझे न्याय भी चाहिए, लेकिन संयुक्त किसान मोर्चा का नाम बदनाम हुआ। कि पिताजी ने अपनी कंप्लेंट में केवल 2 एक्यूज्ड का नाम दिया है, जबकि पुलिस ने पता नहीं क्या सोच के 6 लोगों को एक्यूज्ड बना दिया है। उनको भी जो कि विटनेस हैं, जिन संयुक्त किसान मोर्चा की तरफ से हमारा बिल्कुल क्लियर स्टैंड है।
ਇਸੇ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਕਿਹਾ ਕਿ ਟਿੱਕਰੀ ਮੋਰਚੇ ਤੇ ਔਰਤਾਂ ਲਈ ਖਾਸ ਤੌਰ ਤੇ ਵੱਖਰੇ ਬੰਦੋਬਸਤ ਕੀਤੇ ਗਏ ਨੇ। ਉਗਰਾਹਾਂ ਨੇ ਇਹ ਦਾਅਵਾ ਕੀਤਾ ਹੈ ਕਿ ਮੋਰਚਿਆਂ ਦੇ ਵਿੱਚ ਔਰਤਾਂ ਦੀ ਸੁਰੱਖਿਆ ਦਾ ਅਸੀਂ ਖਾਸ ਖਿਆਲ ਰੱਖਦੇ ਹਾਂ। ਟਿੱਕਰੀ ਮੋਰਚਾ ਉਹ ਥਾਂ ਹੈ ਜਿੱਥੇ ਉਗਰਾਹਾਂ ਜਥੇਬੰਦੀ ਹੈ ਜਿਹੜੀ ਉਸ ਦਾ ਸਭ ਤੋਂ ਵੱਡਾ ਤੇ ਵਿਸ਼ਾਲ ਟੈਂਟ ਲੱਗਿਆ ਹੋਇਆ ਹੈ। ਉਗਰਾਹਾਂ ਮੋਰਚੇ ਦੀ ਇੱਥੇ ਵੱਖਰੀ ਸਟੇਜ ਲੱਗਦੀ ਹੈ। ਉਗਰਾਹਾਂ ਮੋਰਚੇ ਦੇ ਨਾਲ ਜੋ ਜੁੜੇ ਹੋਏ ਕਿਸਾਨ ਨੇ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ। ਖਾਸ ਕਰਕੇ ਔਰਤਾਂ ਨੇ ਜਿਹੜੀਆਂ ਉਹ ਵੱਡੀ ਗਿਣਤੀ ਦੇ ਵਿੱਚ ਉਗਰਾਹਾਂ ਮੋਰਚੇ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਇਸ ਮਸਲੇ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਦਾ ਬਿਆਨ ਵੀ ਖਾਸੀ ਅਹਿਮੀਅਤ ਰੱਖਦਾ ਹੈ। जो उनके साथ इतनी बुरी घटना वापरी है, रोकने के लिए जहां तक भी जाना चाहेंगे, जो भी ये करना चाहेंगे, हम हमारी जथेबंदी की तरफ से, संयुक्त मोर्चा की तरफ से इनके साथ हैं, इनके साथ रहेंगे ताकि आगे के लिए कोई ऐसी घटना किसी लड़की के साथ ना वापरे। क्योंकि हमारे लिए तो ये और भी अफसोस की बात है, हमारे कैंप में कम से कम 1000 और हर समय रहती है, लड़कियां रहती हैं, उनके साथ ऐसी घटना अगर लड़की के साथ, ये भी तो हमारी लड़की थी और हमारे कैंप में ऐसा कुछ हुआ है, ये बहुत ही मंदभागा है, बहुत ही माड़ी है, बहुत ही शर्मनाक है। हमें इसका अफसोस है। हम इसकी मदद करने के लिए, इनकी मदद के लिए, इस लड़की के लिए जो भी हमारे से होगा, जो भी मदद होगी हम करें। ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਵੀ ਮ੍ਰਿਤਕਾ ਦੇ ਸਮੂਹਿਕ ਬਲਾਤਕਾਰ ਦੇ ਕੇਸ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਝੱਜਰ ਦੇ ਐਸਪੀ ਨੂੰ ਚਿੱਠੀ ਲਿਖ ਕੇ ਜਾਂਚ ਦੀ ਰਿਪੋਰਟ ਮੰਗੀ ਹੈ। ਇਸ ਕੇਸ ਦੇ ਵਿੱਚ ਮ੍ਰਿਤਕਾ ਦੇ ਪਿਤਾ ਦਾ ਕਹਿਣਾ ਹੈ ਕਿ ਜਿਨ੍ਹਾਂ ਔਰਤਾਂ ਨੇ ਉਹਨਾਂ ਦੀ ਧੀ ਨਾਲ ਗਲਤ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਵਾਉਣ ਵਿੱਚ ਮਦਦ ਕੀਤੀ ਸੀ, ਪੁਲਿਸ ਨੇ ਉਹਨਾਂ ਨੂੰ ਹੀ ਆਰੋਪੀ ਬਣਾ ਦਿੱਤਾ ਹੈ। ਇੱਥੇ ਐਸਪੀ ਨੇ ਬਹਾਦਰਗੜ੍ਹ ਦੇ ਡੀਐਸਪੀ ਪਵਨ ਕੁਮਾਰ ਦੀ ਅਗਵਾਈ ਦੇ ਵਿੱਚ ਸਿੱਟ ਦਾ ਗਠਨ ਕੀਤਾ ਹੈ। ਐਸਆਈਟੀ ਦੇ ਵਿੱਚ ਸਿਟੀ ਥਾਣਾ ਇੰਚਾਰਜ, ਮਹਿਲਾ ਥਾਣਾ ਇੰਚਾਰਜ, ਸੀਆਈਏ ਇੰਚਾਰਜ ਅਤੇ ਸਾਈਬਰ ਸੈੱਲ ਬਹਾਦਰਗੜ੍ਹ ਸ਼ਾਮਲ ਨੇ। ਐਸਪੀ ਰਾਜੇਸ਼ ਦੁੱਗਲ ਨੇ ਖੁਦ ਵੀ ਅਪਰਾਧ ਸਥਾਨ ਦਾ ਮੁਆਇਨਾ ਕੀਤਾ ਸੀ। ਐਸਆਈਟੀ ਨੇ ਸ਼ਹਿਰ ਦੇ ਲਾਈਨ ਪਾਰ ਇਲਾਕੇ ਦੇ ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ਦੀ ਲੋੜੀਂਦੀ ਮਿਆਦ ਦੀ ਸੀਸੀਟੀਵੀ ਫੁਟੇਜ ਵੀ ਕਬਜ਼ੇ ਦੇ ਵਿੱਚ ਲੈ ਲਈ ਹੈ। ਮਹਿਲਾ ਦੇ ਇਲਾਜ ਨਾਲ ਸੰਬੰਧਿਤ ਰਿਕਾਰਡ ਵੀ ਹਸਪਤਾਲ ਤੋਂ ਤਲਬ ਕੀਤੇ ਗਏ ਨੇ। ਇਸ ਪੂਰੇ ਮਸਲੇ ਦੇ ਵਿੱਚ ਇੱਕ ਮੁਲਜ਼ਮ ਜਿਸ ਦਾ ਨਾਮ ਹੈ ਅਨੂਪ ਸਿੰਘ ਚਨੌਟ, ਹਰਿਆਣਾ ਦਾ ਰਹਿਣ ਵਾਲਾ ਹੈ, ਕਿਸਾਨ ਸੋਸ਼ਲ ਆਰਮੀ ਦੇ ਨਾਲ ਸੰਬੰਧਿਤ ਹੈ। ਇਸਨੇ ਫੇਸਬੁੱਕ ਦੇ ਉੱਤੇ ਆ ਕੇ ਆਪਣਾ ਪੱਖ ਵੀ ਰੱਖਿਆ ਹੈ। ਹਾਲਾਂਕਿ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸ ਦੇ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਹੈ। ਮੁੱਖ ਮੁਲਜ਼ਮਾਂ ਦੇ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ, ਪਰ ਅਨੂਪ ਸਿੰਘ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ। ਅਨੂਪ ਸਿੰਘ ਨੇ ਕਿਹਾ ਕਿ ਇਹ ਸਿਰਫ ਤੇ ਸਿਰਫ ਕਿਸਾਨ ਮੋਰਚਾ ਖਰਾਬ ਕਰਨ ਦੀ ਕੋਝੀ ਸਾਜ਼ਿਸ਼ ਹੈ। ਇਸ ਮਾਮਲੇ 'ਚ 6 ਮਈ ਨੂੰ ਕਹਿੰਦੇ ਮੀਟਿੰਗ ਵੀ ਹੋਈ ਸੀ, ਜਿਸ ਵਿੱਚ ਬੰਗਾਲ ਗਏ ਸਾਰੇ ਕਿਸਾਨ ਲੀਡਰ शामिल हुए सी। इस मीटिंग विच गल सामने आई सी कि लड़की नाल रेल गड्डी विच छेड़खानी हुई सी, पर रेप वर्गी कोई भी घटना नहीं वापरी है। इसने कहा है, दावा किया है कि अनिल मलिक ते छेड़खानी दे जिहड़े दोष लगे ने उस नूं किसानां ने जथेबंदी चों बाहर कर दिता सी ते यही लड़की जिसने शिकायत की है अगले दिन शिकायत करन तो बाद अगले दिन ही अनिल मलिक दे नाल घुम रही सी ते सिगरेट पी रही सी। ये इल्जाम लाया। किसान मोर्चे चों गायब होण ते भी अनूप सिंह ने स्पष्टीकरण दिता है कि मैनूं कुछ लीडरां ने कहा सी कि कुछ दिनां दे लई इधर उधर हो जाए, पर उस तो बाद मैनूं बुखार हो गया, कोरोना टेस्ट करवाया तो पता लगा रिपोर्ट पॉजिटिव है ते हुण मेरा इलाज चल रहा है ते मैं क्वारंटीन होया हाँ। ते नाल ही अनूप सिंह ने यह भी दावा किया कि जे मेरी एक भी गलती निकल जाए तो मैनूं पंचायत दे विच खड़े करके तुसीं सख्त सज़ा दे दिओ, पर जिहड़े दोषी ने उन्हां नूं जरूर सज़ा मिलनी चाहिदी है। छेड़खानी हुई थी और वो भी ट्रेन में हुई थी और लड़की ने बताई थी, लेकिन रेप जैसी कोई घटना नहीं हुई। और जो आज चीज़ें फैलाई जा रही, हम इस बात के बिल्कुल पक्ष में है, जिसने जो भी गलत किया उसको उसकी सज़ा मिलनी चाहिए। और इसी वजह से हमने अनिल मलिक को संगठन से बाहर कर दिया था और आज भी हम ये बोल रहे हैं जो दोषी है उसको सज़ा मिले। लेकिन रेप जैसी जो चीज़ें फैलाई जा रही है किसान आंदोलन को कमज़ोर करने के लिए, वो बिल्कुल गलत है। इस पूरे घटनाक्रम दौरान 24 जथेबंदियां ने भी एक सख्त बयान जारी किया है, जिस दे विच ज़्यादातर औरतां दीयां जथेबंदियां शामिल ने। हरियाणे ते पंजाब दे सर्वाइवर्स दा एक समूह है, पिंजरा तोड़ समूह है, नवी दिल्ली दा सहेली समूह है, बेखौफ आज़ादी है, कोलकाता, मुंबई, महाराष्ट्र ते होर वख-वख सूबियां तो जिहड़ियां औरतां दीयां जथेबंदियां ने उन्हां ने सांझे तौर ते एक बयान है जिहड़ा वो जारी किया है। लिखिया कि असीं सारे सर्वाइवर्स दे मोढे नाल मोढा जोड़ के खड़े हाँ, उन्हां दे नाल आवाज़ बुलंद करदे हाँ कि SKM यानी कि संयुक्त किसान मोर्चा इन्हां सारे मसलियां दा पहल दे आधार ते
ਹੱਲ ਕਰੇ, ਧਿਆਨ ਦੇਵੇ ਇਹਨਾਂ ਤੇ ਦੁਰਵਿਵਹਾਰ, ਜਿਨਸੀ ਘਟਨਾਵਾਂ ਦੇ ਸੰਬੰਧ ਦੇ ਵਿੱਚ ਜ਼ੀਰੋ ਸਹਿਣਸ਼ੀਲਤਾ ਨੀਤੀ ਬਣਾਵੇ, ਕਦਮ ਚੁੱਕੇ। जिस तरह कहते असीं किसानी संघर्ष के 3 खेती कानूनों के खिलाफ संघर्ष की हमायत दे विच खड़े हाँ, उस तरह असीं संयुक्त किसान मोर्चे नूं अपील करते हाँ कि इस घटना की औरत, उसका परिवार अते दोस्तां दे नाल उदों तक डट के खड़ा रहे जदों तक इंसाफ नहीं मिल जाता। इन्हां जथेबंदियां ने यह भी खुलासा किया है कि टिकरी बॉर्डर ते कोई रहण दा प्रबंध ना होण करके लड़की नूं 11 तो 16 अप्रैल तक किसान सोशल आर्मी के कैंप दे विच रहना पिया, जिस दौरान अनिल मलिक ने उस नाल जिनसी शोषण किया। इन्हां ने भी अनूप सिंह दा नाम नहीं लिया, अनिल मलिक नाम दे नौजवान दा नाम लिया है। कहंदे 16 अप्रैल नूं उस लड़की ने कुछ लोकां नूं अपने नाल होए जिनसी शोषण की खबर दित्ती सी। लड़की नूं फिर दूसरे तंबू दे विच बदल दिता गया जिथे होर भी औरतां मौजूद सन ते 21 अप्रैल नूं हल्का बुखार होण ते टिकरी दे मैडिकल कैंप दे विच लिजाया गया। उसदे पिता ने संयुक्त किसान मोर्चे की 9 मैंबरी कमेटी के सीनियर लीडर नाल संपर्क भी किया, पर उस औरत नूं बंगाल वापस छड्डण दे बहाने 25 अप्रैल नूं अनिल मलिक ते अनूप सिंह चनौत ने अपनी कार दे विच बिठा लिया। उसकी लोकेशन ट्रेस करन ते पता लग्या कि औरत नूं हांसी, हरियाणा दे हांसी लिजाया जा रहा सी। जद किसान मोर्चे के सीनियर लीडरां ने इस मसले दे विच दखल दिता तां औरत नूं भगत सिंह लाइब्रेरी टिकरी बॉर्डर ते वापस लिआंदा गया। जदों उसकी सेहत होर बिगड़ गई तां उसनूं बहादुरगढ़ दे हस्पताल विच दाखल करवाया गया, जिथे 30 अप्रैल नूं उसकी मौत हो गई। सो ये 24 जथेबंदियां ने जिहड़ियां उन्हां ने मंग कीती है कि संयुक्त किसान मोर्चा जिम्मेवारी लवे अते जिनसी शोषण के प्रति जीरो सहनशीलता की नीति अपनाए अते अपने इरादे नूं जाहिर करदा होया एक जनतक बयान जारी करे, एक हैल्पलाइन नंबर जारी करे, एक कमेटी बनावे, मूवमेंट के अंदर औरतां दे लई सुरक्षित वातावरण स्थापित किया जाए तां जो औरतां दे लई मोर्चे नूं अनुकूल बनाया जा सके ते अजिहे मामलिਆਂ नूं दोबारा होण तो रोकिया जा सके। तीसरी मंग उन्होंने की है कि असीं अहद लईए कि जिवें असीं 3 हिटलरशाही कानूनां नूं रद्द करन दे लई संघर्ष करते हाँ, उस तरह औरतां दी मोर्चे, किसानी जथेबंदियां, ट्रेड यूनियनां अते जनतक जथेबंदियां दे विच सरगर्म भागीदारी नूं वधाउण दे लई पितरकी दी हिंसा अते जुल्म दे विरुद्ध असीं लड़ीए अते अपनी एकता अते सियासी इच्छा शक्ति ते काम करिए। सो ये मंगां ने जिहड़ियां ये 24 जथेबंदियां ने रखियां ने किसान मोर्चे दे सामने। हालांकि किसान मोर्चे ने भी ये बयान दिते ने कि किसान मोर्चा पीड़ित लड़की दे परिवार नूं इंसाफ दिवावेगा। किसान मोर्चा औरतां दी सुरक्षा दे लई वचनबद्ध है, पर यह भी सच है कि पश्चिमी बंगाल दी इस धी दे नाल यह घटना वापरी है। कथित तौर पर इस ते इल्जाम लगे ने। संयुक्त किसान मोर्चे के लीडर गुरनाम सिंह चड़ूनी भी टिकरी बॉर्डर पहुंचे। सोमवार नूं सरहदी खेतर के किसानां नाल मुलाकात की, कहा कि मोर्चे ते ढिल दा दोष पीड़ित औरत दे मामले दे विच सही नहीं है। दावा किया कि पीड़ित लड़की दे पिता ने मोर्चे के लीडरां दे कहण ते ही केस दर्ज करवाया। चड़ूनी ने दावा किया कि लड़की दे पिता ने केस दर्ज नहीं करवाउणा सी, पर साडे कहण ते ही ये कार्रवाई हो रही है। कहा कि लड़की के पिता नूं बार-बार कहण ते भी उन्होंने मामला दर्ज नहीं करवाया। दूसरे पासे लड़की के पिता कह रहे हैं कि धी नहीं चाहती सी कि किसान मोर्चा बदनाम होवे, सिर्फ ते सिर्फ मुलजमां नूं सज़ा मिलनी चाहिए, किसान मोर्चे नूं कोई आंच नहीं आनी चाहिए। चड़ूनी ने यह भी दावा किया कि अंदोलन दे विच शामिल सारियां औरतां दी सुरक्षा का पूरा ध्यान रखिया जा रहा है। उन्हां दे रहण सहण बैठण ते पखानिਆਂ ਦਾ भी खासा प्रबंध है जिहड़ा ओह चंगे तरीके दे नाल कीता गया है। इस दरमियान बीजेपी के लीडरां ने भी इस मसले दे उत्ते किसान मोर्चे की भंडी करन दे विच कसर नहीं छड्डी है, क्योंकि बीजेपी दी खास करके पंजाब दे बीजेपी लीडरां अते किसानां दे दरमियान तणातणी रहिंदी है। पंजाब दे किसान बीजेपी लीडरां दा खास तौर ते विरोध कर रहे हैं। पंजाब दे बीजेपी प्रधान अश्विनी शर्मा ने सख्त शब्दां दे विच इस घटना की निखेधी की है ते केस दे सारे मुलजमां खिलाफ मौत की सज़ा की मंग की है। शर्मा ने कहा कि शिवम हस्पताल दे विच इलाज दौरान लड़की दे नाल बलात्कार की गल सामने आई, जिथे लड़की की मौत हुई है। इल्जाम लाया कि सुरक्षा एजेंसियां ते बीजेपी किसान अंदोलन नाल जुड़ियां जथेबंदियां दे लीडरां नूं अंदोलन दे विच अराजकता फैलाउण वाले तत्तां दी शमूलियत बारे समय-समय ते जागरूक करदियां रहिंदियां ने, पर किसानी लीडर इन्हां गल्लां वल ध्यान नहीं दिंदे ते ना ही कदे दित्ता है। सो वड्डा इल्जाम है जिहड़ा बीजेपी दे इस लीडर दे वल्लों किसान लीडरां ते भी लाया गया है। सो इस पूरी घटना दे दरमियान कई गंभीर सवाल उठदे ने। सब तो पहला सवाल
ਇਸ ਸੱਚ ਤੋਂ ਕਿਵੇਂ ਪਰਦਾ ਉੱਠੂਗਾ ਕਿ ਪੀੜਤ ਲੜਕੀ ਦੇ ਨਾਲ ਬਲਾਤਕਾਰ ਹੋਇਆ ਸੀ ਜਾਂ ਫਿਰ ਨਹੀਂ, ਕਿਉਂਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ। ਤੇ ਇਹ ਵੀ ਇੱਕ ਦੁਖਦਾਈ ਸੱਚ ਹੈ ਕਿ ਜਿਹੜੀਆਂ ਬਲਾਤਕਾਰ ਦੀਆਂ ਪੀੜਤ ਲੜਕੀਆਂ ਨੇ ਇਸ ਦੇਸ਼ ਦੇ ਵਿੱਚ ਜਿਉਂਦੀਆਂ ਵੀ ਰਹਿੰਦੀਆਂ ਨੇ ਤਾਂ ਵੀ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ। ਤੇ ਪੱਛਮੀ ਬੰਗਾਲ ਦੀ ਇਸ ਧੀ ਦੀ ਤਾਂ 30 ਅਪ੍ਰੈਲ ਨੂੰ ਮੌਤ ਵੀ ਹੋ ਚੁੱਕੀ ਹੈ। ਕਿਵੇਂ ਪਤਾ ਲੱਗੂਗਾ ਕਿ ਇਸ ਦੇ ਨਾਲ ਇਹ ਘਟਨਾਕ੍ਰਮ ਵਾਪਰਿਆ ਸੀ ਜਾਂ ਨਹੀਂ ਵਾਪਰਿਆ, ਕਿਉਂਕਿ ਇੱਕ ਮੁਲਜ਼ਮ ਅਨੂਪ ਸਿੰਘ ਚਨੌਤ ਕਹਿ ਰਿਹਾ ਹੈ ਕਿ ਬਲਾਤਕਾਰ ਨਹੀਂ ਸਿਰਫ ਛੇੜਛਾੜ ਹੋਈ ਸੀ। ਸੋ ਇਸ ਸੱਚ ਤੋਂ ਕਿਵੇਂ ਤੇ ਕਦੋਂ ਪਰਦਾ ਉੱਠੂਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਦੂਸਰਾ ਅਹਿਮ ਸਵਾਲ ਕਿ ਹਸਪਤਾਲ ਦੇ ਵਿੱਚ ਲੜਕੀ ਦੇ ਟੈਸਟ ਕੀਤੇ ਗਏ ਸੀ, ਉਸ ਦੀਆਂ ਟੈਸਟ ਰਿਪੋਰਟਾਂ ਦੇ ਵਿੱਚ ਕੀ ਆਇਆ ਸੀ ਕਿ ਇਸ ਦਾ ਸੱਚ ਹੈ ਜਿਹੜਾ ਉਹ ਸਾਹਮਣੇ ਆਊਗਾ। ਤੇ ਵੱਡਾ ਸਵਾਲ ਇਹ ਹੈ ਕਿ ਕੀ ਟੈਸਟ ਕੀਤੇ ਗਏ ਸੀ ਜਿਸ ਤੋਂ ਸਾਬਿਤ ਹੋ ਸਕੇ ਕਿ ਲੜਕੀ ਦੇ ਨਾਲ ਇੱਕ ਕੁਕਰਮ ਵਾਪਰਿਆ ਹੈ। ਜੇ ਹੋਇਆ ਤਾਂ ਇਹ ਕਿਸ ਨੇ ਕੀਤਾ, ਕਿਵੇਂ ਇਸ ਦਾ ਪਤਾ ਲੱਗੂਗਾ ਕਿ ਕਿਸ ਨੇ ਲੜਕੀ ਦੇ ਨਾਲ ਇਹ ਸਾਰਾ ਕੁਝ ਕੀਤਾ। ਪੱਛਮੀ ਬੰਗਾਲ ਦੀ ਧੀ ਦੇ ਨਾਲ ਕਿਸਾਨ ਮੋਰਚੇ ਦੀ ਹਮਾਇਤ ਦੇ ਵਿੱਚ ਆਈ ਸੀ ਤੇ ਉਸ ਦੀ ਲਾਸ਼ ਜਿਹੜੀ ਹੈ ਉਹਦੇ ਘਰ ਨੂੰ ਜਾਂਦੀ ਹੈ। ਇਸ ਤੋਂ ਦੁਖਦਾਈ ਕੀ ਹੋ ਸਕਦਾ ਹੈ ਮਾਪਿਆਂ ਦੇ ਲਈ ਕਿ ਉਸ ਦੇ ਨਾਲ ਬਲਾਤਕਾਰ ਹੋਇਆ। ਕਿ ਸੱਚ ਦਾ ਕਦੇ ਵੀ ਪਤਾ ਲੱਗ ਸਕੂਗਾ ਕਿਉਂਕਿ ਲੜਕੀ ਇਸ ਦੁਨੀਆ ਤੇ ਨਹੀਂ ਰਹੀ ਹੈ। ਇੱਕ ਹੋਰ ਅਹਿਮ ਸਵਾਲ ਹੈ ਕਿ ਕੀ ਸੱਚਮੁੱਚ ਮੋਰਚੇ ਵਿੱਚ ਸ਼ਾਮਿਲ ਜਿਹੜੇ ਨੌਜਵਾਨਾਂ ਦੇ ਵੱਖ-ਵੱਖ ਗਰੁੱਪ ਨੇ ਜਿਹੜੇ ਕਿਸਾਨਾਂ ਦੇ ਨਾਲ ਸੰਬੰਧਿਤ ਨਹੀਂ, ਉਹਨਾਂ ਦਾ ਕਿੱਤਾ ਕਿਸਾਨੀ ਨਹੀਂ ਹੈ, ਪਰ ਵੱਖ-ਵੱਖ ਵਰਗਾਂ ਦੇ ਨਾਲ ਜੁੜੇ ਹੋਏ ਨੇ, ਵੱਖ-ਵੱਖ ਕਿੱਤਿਆਂ ਦੇ ਨਾਲ ਜੁੜੇ ਹੋਏ ਨੇ, ਕਿ ਉਹਨਾਂ ਦੇ ਵਿੱਚ ਲੜਕੀਆਂ ਦਾ ਸ਼ੋਸ਼ਣ ਹੋ ਰਿਹਾ ਹੈ। ਕਿਉਂਕਿ ਜਿਹੜੀਆਂ 24 ਜਥੇਬੰਦੀਆਂ ਨੇ ਸਾਂਝਾ ਬਿਆਨ ਜਾਰੀ ਕੀਤਾ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਬਦਕਿਸਮਤੀ ਨਾਲ ਇਹ ਇਸ ਪ੍ਰਕਾਰ ਦੀ ਪਹਿਲੀ ਘਟਨਾ ਨਹੀਂ ਹੈ ਕਿਸਾਨ ਮੋਰਚੇ ਦੇ ਵਿੱਚ ਹੋਰ ਵੀ ਪੀੜਤ ਅਤੇ ਸਰਵਾਈਵਰ ਔਰਤਾਂ ਨੇ ਜਿਨ੍ਹਾਂ ਨਾਲ ਟਰਾਲੀ ਟਾਈਮਸ, SFS ਅਤੇ ਸਵਰਾਜ ਅਭਿਆਨ ਦੇ ਵਿੱਚ ਆਪਣੇ ਨਾਲ ਹੋਏ ਸ਼ੋਸ਼ਣ ਅਤੇ ਦੁਰਵਿਵਹਾਰ ਨੂੰ ਵੀ ਜਨਤਕ ਕੀਤਾ ਹੈ, ਪਰ ਉਹਨਾਂ ਮਸਲਿਆਂ ਦੇ ਵਿੱਚ ਵੀ ਕੋਈ ਇਨਸਾਫ ਨਹੀਂ ਮਿਲਿਆ, ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਕਿ ਸੱਚਮੁੱਚ ਕਿਸਾਨ ਲੀਡਰ ਮੋਰਚੇ ਦੇ ਵਿੱਚ ਅਨੁਸ਼ਾਸਨ ਅਤੇ ਔਰਤਾਂ ਦੀ ਸੁਰੱਖਿਆ ਕਾਇਮ ਰੱਖਣ ਦੇ ਵਿੱਚ ਨਾਕਾਮ ਰਹੇ ਨੇ? ਕਿ ਹੁਣ ਕਿਸਾਨ ਮੋਰਚੇ ਦੇ ਵਿੱਚ ਵੀ ਕਰੋਨਾ ਦੀ ਲਾਗ ਦਾ ਖਦਸ਼ਾ ਬਣ ਗਿਆ ਕਿਉਂਕਿ ਇਸ ਲੜਕੀ ਦੀ ਮੌਤ ਹੈ ਜਿਹੜੀ ਉਹ ਕਰੋਨਾ ਦੇ ਨਾਲ ਹੋਈ ਹੈ। ਕਰੋਨਾ ਦੀ ਲਾਗ ਕਿੱਥੋਂ ਲੱਗੀ, ਹਸਪਤਾਲ ਦੇ ਵਿੱਚ ਜਾ ਕੇ ਲੱਗੀ ਜਾਂ ਕਿੱਥੋਂ ਲੱਗੀ, ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਕਰੋਨਾ ਕਿੱਥੋਂ ਫੈਲ ਰਿਹਾ ਹੈ, ਕਿਹਦੇ ਕੋਲੋਂ ਆ ਰਿਹਾ ਹੈ, ਇਹ ਜਿਹੜੀ ਜਾਂਚ ਹੈ ਉਹ ਕਰਨ ਦੇ ਵਿੱਚ ਸਿਹਤ ਮਹਿਕਮਾ ਬਿਲਕੁਲ ਹੀ ਨਾਕਾਮ ਹੈ। ਸੋ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਉਸ ਲੜਕੀ ਨੂੰ, ਉਸ ਲੜਕੀ ਦੇ ਪਰਿਵਾਰ ਨੂੰ ਕਦੇ ਇਨਸਾਫ ਮਿਲੂਗਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਿਸਾਨ ਲੀਡਰ ਨੇ ਜਿਹੜੇ ਉਹ ਇਸ ਗੱਲ ਦਾ ਭਰੋਸਾ ਦਿਵਾਉਂਦੇ ਨੇ ਕਿ ਇੱਥੇ ਜਿਹੜਾ ਹੈ ਲੜਕੀਆਂ ਦੇ ਨਾਲ ਅਜਿਹੀਆਂ ਘਟਨਾਵਾਂ ਨਹੀਂ ਵਾਪਰਨਗੀਆਂ, ਇੱਥੇ ਸਾਰੇ ਜਿਹੜੇ ਇਹੋ ਜਿਹੇ ਨੌਜਵਾਨ ਨੇ ਜਿਹੜੇ ਸ਼ੋਸ਼ਣ ਕਰਦੇ ਨੇ ਕਿ ਉਹਨਾਂ ਨੂੰ ਕਾਬੂ ਦੇ ਵਿੱਚ ਕਰਨ ਦੇ ਸਮਰੱਥ ਹੈ ਸੰਯੁਕਤ ਕਿਸਾਨ ਮੋਰਚਾ? ਸਵਾਲ ਤਾਂ ਉੱਠੇਗਾ ਕਿਉਂਕਿ ਮਸਲਾ ਗੰਭੀਰ ਹੈ। ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਕੱਲ ਨੂੰ ਫੇਰ ਮਿਲਾਂਗੇ ਇੱਕ ਖਾਸ ਮੁੱਦੇ ਤੇ ਚਰਚਾ ਕਰਨ ਦੇ ਲਈ ਪ੍ਰਾਈਮ ਟਾਈਮ ਦੇ ਵਿੱਚ। ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਰਹੋ। ਧੰਨਵਾਦ।